ਸਲਾਮ ਅਲੈਕੁਮ ਵੀਰੋ। ਕੱਲ ਜਿਹੜਾ ਪ੍ਰੋਗਰਾਮ ਕਰਨਾ ਸੀ ਤਾਜ ਹੈਦਰ ਸਾਹਿਬ ਨਾਲ, ਤੁਹਾਡੇ ਪਤਾ ਹੈ ਕਿ ਉਹ ਮੇਰੇ ਮੋਬਾਈਲ ਦੀ ਵਜ੍ਹਾ ਤੋਂ ਆਵਾਜ਼ ਠੀਕ ਨਹੀਂ ਸੀ ਆ ਰਹੀ ਅਤੇ ਇਸ ਕਰਕੇ ਉਹ ਕੈਂਸਲ ਕਰ ਦਿੱਤਾ। ਤਾਜ ਸਾਹਿਬ ਨੇ ਵੀ ਕਿਹਾ ਕਿ ਫਿਰ ਕਿਸ ਦਿਨ ਕਰ ਲਾਂਗੇ, ਅਤੇ ਹੁਣ ਉਦੋਂ ਹੀ ਕਰਾਂਗੇ ਜਦੋਂ ਮੈਂ ਮੋਬਾਈਲ ਸੈੱਟ ਚੇਂਜ ਕਰ ਲਾਂਗਾ ਉਹਦੇ ਨਾਲ ਹੈਂਡ ਫਰੀ, ਕਿਉਂਕਿ ਇਹਦੇ ਨਾਲ ਹੈਂਡ ਫਰੀ ਨਹੀਂ ਚੱਲਦੀ। ਖੈਰ, ਤੁਸੀਂ ਇਹਦਾ ਅਨੁਮਾਨ ਪੜ੍ਹਿਆ ਹੋਣਾ। ਤੁਸੀਂ ਸਮਝ ਰਹੇ ਹੋਗੇ ਕਿ ਮੈਂ ਗਲਤੀ ਨਾਲ ਟਾਈਪਿੰਗ ਐਰਰ ਹੈ, ਕੋਈ ਗਲਤੀ ਨਾਲ ਅਮਲਾ ਦੀ ਗਲਤੀ ਕਿ ਖਵਾਤੀਨ ਦੀ ਬਜਾਏ ਜਾਂ ਖਾਤੂਨ ਦੀ ਬਜਾਏ ਖਵਾਤੂਨ ਲਿਖ ਦਿੱਤਾ। ਅਤੇ ਇਹਦਾ ਇਹ ਹੈ ਕਿ ਇਹ ਜਿਹੜਾ ਖਵਾਤੂਨ ਲਿਖਿਆ ਗਿਆ ਇਹਦਾ ਅਸਲ 'ਚ ਇਹਦੀ ਇੱਕ ਵਜ੍ਹਾ ਹੈ, ਉਹ ਇਹ ਹੈ ਕਿ ਇੱਥੋਂ ਦੋ ਵਕੀਲ ਜਾ ਰਹੇ ਸਨ ਲਾਹੌਰ, ਅਤੇ ਰਸਤੇ 'ਚ ਇੱਕ ਥਾਂ ਹੈ ਕੋਟ ਰਾਧਾ ਕਿਸ਼ਨ, ਸ਼ਹਿਰ ਕਸਬਾ ਕਹਿ ਲਓ, ਸ਼ਹਿਰ ਕਹਿ ਲਓ। ਉੱਥੇ ਪਹੁੰਚ ਕੇ ਇੱਕ ਨੇ ਦੂਜੇ ਨੂੰ ਪੁੱਛਿਆ, ਉਹਨੇ ਯਾਰ ਇੱਥੇ ਖਵਾਤੂਨ ਕਾਲਜ ਹੁੰਦਾ ਸੀ, ਉਹ ਕਿੱਥੇ? ਅਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਨਤੀਜਾ ਹੈ ਸਾਡੇ 16 ਜਮਾਤਾਂ ਪਾਸ ਕਰਨ ਦਾ ਉਰਦੂ ਮੀਡੀਅਮ ਤੋਂ। ਇਹ ਨਤੀਜਾ ਹੈ 73 ਸਾਲ ਉਰਦੂ ਪੜ੍ਹਾਉਣ ਦਾ। ਇਹ ਨਤੀਜਾ ਹੈ 1000 ਸਾਲ ਤੋਂ ਧਰਤੀ ਦੀ ਜ਼ਬਾਨ ਤੋਂ ਬੱਚਿਆਂ ਨੂੰ ਦੂਰ ਕਰਨ ਦਾ। ਇਹਨੂੰ ਤੁਸੀਂ ਸਲਿੱਪ ਆਫ ਟੰਗ ਕਹਿ ਸਕਦੇ ਹੋ, ਲੇਕਿਨ ਇਹ ਇੰਜ ਦੇ ਮਾਮਲੇ 'ਚ ਸਲਿੱਪ ਆਫ ਟੰਗ ਵੀ ਉਦੋਂ ਹੀ ਹੁੰਦੀ ਹੈ ਜਦੋਂ ਕਿ ਤੁਹਾਡੀ ਜ਼ੁਬਾਨ ਜਿਹੜੀ ਤੁਹਾਡੇ ਲਾਸ਼ਊਰ 'ਚ ਮੌਜੂਦ ਹੁੰਦੀ ਹੈ, ਤੁਹਾਡੀ ਮਾਂ ਬੋਲੀ, ਉਹਦੇ ਤੋਂ ਹਟ ਕੇ ਤੁਸੀਂ ਕਿਸੇ ਦੂਸਰੀ ਜ਼ੁਬਾਨ 'ਚ ਆਪਸ ਵਿੱਚ ਕਮਿਊਨੀਕੇਟ ਕਰਨ 'ਤੇ ਮਜਬੂਰ ਹੁੰਦੇ ਹੋ। ਪੰਜਾਬੀ ਬੋਲਦੇ ਹੋਵੋਗੇ ਦਰਮਿਆਨ 'ਚ, ਅਤੇ ਫਿਰ ਜਦੋਂ ਇੰਜ ਦੀ ਕੋਈ ਚੀਜ਼ ਆਏਗੀ ਤਾਂ ਤੁਹਾਡਾ ਲਾਜ਼ਮੀ ਹੈ ਕਿ ਤੁਸੀਂ ਥੁੜਕ ਜਾਂਦੇ ਜੇ ਗੱਲ ਕਰਨ ਤੋਂ। ਸੋ ਇਹ ਸਾਡੇ ਮੁਲਕ ਦੀ ਇਹ ਸ਼ਰਾਫੀਆ, ਸਾਡੇ ਮੁਲਕ ਦਾ ਇੰਟਲੈਕਚੁਅਲੀ ਕਰਪਟ ਇੰਟਲੈਕਚੁਅਲ ਇਸ ਗੱਲ ਨੂੰ ਸਮਝਣ ਤੋਂ ਕਾਸਰ ਹੈ ਕਿ ਮਾਂ ਬੋਲੀ 'ਚ ਸਿੱਖਿਆ ਦਿੱਤੇ ਬਿਨਾਂ ਤੁਸੀਂ ਮਿਆਰੇ ਤਾਲੀਮ ਬਿਹਤਰ ਨਹੀਂ ਕਰ ਸਕਦੇ। ਇਹ ਇੱਕ ਛੋਟੀ ਜਿਹੀ ਮਿਸਾਲ ਹੈ, ਇੰਜ ਦੀਆਂ ਹੋਰ ਸੈਂਕੜਾਂ ਹਜ਼ਾਰਾਂ ਮਿਸਾਲਾਂ ਹੋਣਗੀਆਂ ਜਿੱਥੇ ਉਰਦੂ ਦੇ ਜਾਂ ਉਰਦੂ ਦੇ ਕੀ ਫਾਰਸੀ ਦੇ ਕਹਿ ਲਓ ਜਾਂ ਅਰਬੀ ਸੰਸਕ੍ਰਿਤ ਹਿੰਦੀ ਦੇ ਵਰਡਸ ਜਿਹੜੇ ਨੇ ਉਹ ਠੀਕ ਪ੍ਰੋਨਾਊਂਸ ਨਹੀਂ ਕਰ ਪਾਉਂਦੇ ਲੋਕ। ਅਤੇ ਇਹ ਦੇਖੋ ਹਵਾ ਕਿੱਡਾ ਵੱਡਾ ਬਣਾਇਆ ਜ਼ਬਾਨ ਨੂੰ। ਜ਼ਬਾਨ ਕਮਿਊਨੀਕੇਸ਼ਨ ਦਾ ਜ਼ਰੀਆ, ਔਰ ਤੁਸੀਂ ਇੰਨੀ ਲੰਬੀ ਰਿਆਜ਼ਤ ਦੇ ਬਾਅਦ, ਇੰਨੀ ਲੰਮੀ ਮੁਸ਼ੱਕਤ ਦੇ ਬਾਅਦ ਵੀ ਅਗਰ ਤਲਫਜ਼ ਨਹੀਂ ਠੀਕ ਕਰ ਸਕੇ ਤਾਂ ਤੁਹਾਡੇ ਤੇ ਡੁੱਬ ਮਰਨ ਦਾ ਮਕਾਮ ਹੈ। ਉਰਦੂ ਦੇ ਵਕੀਲਾਂ ਦੇ ਡੁੱਬ ਮਰਨ ਦਾ ਮਕਾਮ ਹੈ, ਜਿਹੜੇ ਵਕੀਲ ਨੇ ਇਸ ਜ਼ਬਾਨ ਦੇ। ਔਰ ਇਸ ਹਵਾਲੇ ਨਾਲ ਵਕੀਲ ਨੇ ਕਿ ਜੀ ਪੰਜਾਬ 'ਚ ਪੰਜਾਬੀ ਮੀਡੀਅਮ ਸਕੂਲ ਨਹੀਂ ਹੋਣੇ ਚਾਹੀਦੇ, ਉਰਦੂ ਮੀਡੀਅਮ ਸਕੂਲ ਹੋਣੇ ਚਾਹੀਦੇ ਨੇ। ਉਰਦੂ ਇੱਕ ਗੈਰ ਫਿਤਰੀ ਚੀਜ਼ ਨੂੰ ਤੁਸੀਂ ਕਿੰਨੀ ਦੇਰ ਮਸਲਤ ਰੱਖ ਸਕਦੇ ਹੋ ਲੋਕਾਂ ਦੇ ਉੱਤੇ? ਕਿੰਨਾ ਚਿਰ ਜ਼ਬਰ ਕਰੋਗੇ ਤੁਸੀਂ? ਨਾਕਾਮੀ ਤੁਹਾਡਾ ਮੁਕੱਦਰ ਹੈ ਇਨਸ਼ਾਅੱਲਾ, ਔਰ ਤੁਸੀਂ ਉਦੋਂ ਤਿੱਕਰ ਨਾਕਾਮ ਰਹਿਣਾ ਹੈ ਜਦੋਂ ਤਿੱਕਰ ਤੁਸੀਂ ਇਸ ਮਿੱਟੀ ਨੂੰ, ਇਸ ਧਰਤੀ ਨੂੰ ਉਹਦਾ ਹੱਕ ਨਹੀਂ ਮੋੜਦੇ, ਉਹਦੇ ਬੱਚਿਆਂ ਨੂੰ, ਉਹਦੇ ਨਿਆਣਿਆਂ ਨੂੰ ਉਹਨਾਂ ਦੀ ਮਾਂ ਬੋਲੀ ਦਾ ਹੱਕ ਨਹੀਂ ਮੋੜਦੇ। ਉਦੋਂ ਤਿੱਕਰ ਤੁਸੀਂ ਇੰਝੇ ਹੀ ਨਾਕਾਮ ਰਹਿਣਾ, ਇੰਝੇ ਹੀ ਤੁਹਾਨੂੰ ਮਾਰ ਪੈਂਦੀ ਰਹਿਣੀ ਹੈ, ਇੰਝੇ ਹੀ ਤੁਹਾਡੇ ਮਿਆਰੇ ਤਾਲੀਮ ਦਾ ਬੇੜਾ ਗਰਕ ਹੁੰਦਾ ਰਹਿਣਾ। ਅਰਬੀ ਲਾਜ਼ਮੀ ਕਰ ਦਿੱਤੀ ਹੈ। ਹੁਣ ਅਰਬੀ ਦੇ ਬਾਰੇ 'ਚ ਅਸੀਂ ਤਾਂ ਕੁਛ ਨਹੀਂ ਕਹਿੰਦੇ, ਲੇਕਿਨ ਮੈਂ ਤਾਂ ਉਹੀ, ਕਿਉਂਕਿ ਉਹ ਗੱਲ ਪਹਿਲੇ ਡਾਕਟਰ ਪਰਵੇਜ਼ ਹੂਦ ਭਾਈ ਨੇ ਕੀਤੀ ਹੈ, ਇੱਕ ਸਵਾਲ ਚੁੱਕਿਆ ਸੀ ਉਹਨੇ, ਔਰ ਉਹਨੇ ਇਹੀ ਸਵਾਲ ਚੁੱਕਿਆ ਸੀ ਕਿ ਅਗਰ ਅਰਬੀ ਸਾਡੇ ਮੁਆਸ਼ਰੇ ਨੂੰ ਬਿਹਤਰ ਅਖਲਾਕੀਆਤ ਦੇ ਸਕਦੀ ਹੁੰਦੀ ਜਾਂ ਮੁਆਸ਼ਰੇ ਬਿਹਤਰ ਕਰ ਸਕਦੀ ਹੁੰਦੀ, ਲੋਕਾਂ ਨੂੰ ਇੰਝ ਬਿਹਤਰ ਕਰ ਸਕਦੀ ਹੁੰਦੀ, ਅਤੇ ਸਾਰਿਆਂ ਤੋਂ ਪਹਿਲੇ ਤਾਂ ਅਰਬ ਮਮਾਲਕ ਜਿਹੜੇ ਨੇ ਉਹ ਦੁਨੀਆ 'ਚ ਸਭ ਤੋਂ ਉੱਤੇ ਹੁੰਦੇ। ਅਰਬ ਸ਼ਹਿਰੀ ਅਰਬੀ ਜਿਹੜੇ ਨੇ ਉਹਨਾਂ 'ਚ ਤੁਹਾਨੂੰ ਪਤਾ ਹਰ ਤਰ੍ਹਾਂ ਦੀ ਬੁਰਾਈ ਮੌਜੂਦ ਹੈ। ਉਹ ਜੂਏ ਵੀ ਬਾਹਰ ਜਾ ਕੇ ਖੇਡਦੇ ਨੇ, ਉਹ ਉੱਥੇ ਹੋਰ ਤਰ੍ਹਾਂ ਦੇ ਜਿਹੜੇ ਜਿਨਸੀ ਸਕੈਂਡਲਸ ਨੇ ਉਹਨਾਂ ਵਿੱਚ ਵੀ ਮੁਲਵਸ ਪਾਏ ਜਾਂਦੇ ਨੇ।
ਇਹੀ ਹਾਲ ਇੱਥੇ ਜਿੱਥੇ ਮਤਲਬ ਇੱਥੇ ਵੀ ਤੁਹਾਡੇ ਇਲਮ 'ਚ ਕਿ ਇੰਜ ਦੇ ਕ੍ਰਾਈਮਸ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ, ਔਰ ਉਹਨਾਂ ਦੇ ਵਿੱਚ ਜਿਵੇਂ ਆਮ ਲੋਕ ਸ਼ਾਮਲ ਹੁੰਦੇ ਨੇ ਉਵੇਂ ਹੀ ਮਦਾਰਸ ਦੇ ਤਲਬਾ ਵੀ ਜਿਹੜੇ ਮਜ਼ਹਬੀ ਲੋਕ ਨੇ ਜਾਂ ਕਹਿ ਲਓ ਕਿ ਮਜ਼ਹਬ ਨਾਲ ਜੁੜੇ ਲੋਕ ਨੇ ਉਹ ਵੀ ਇੰਜ ਦੀਆਂ ਚੀਜ਼ਾਂ ਦੇ ਵਿੱਚ ਮੁਲਵਸ ਪਾਏ ਗਏ। ਕਸੂਰ ਦਾ ਵਾਕਿਆ ਜਿਹੜਾ ਜ਼ੈਨਬ ਵਾਲਾ ਵਾਕਿਆ ਮਸ਼ਹੂਰ ਵਾਕਿਆ ਸੀ, ਉਹੀ ਇੱਕ ਮਿਸਾਲ ਲੈ ਲਓ। ਹੋਰ ਇੰਜ ਦੀਆਂ ਬਹੁਤ ਸਾਰੀਆਂ ਢੇਰ ਸਾਰੀਆਂ ਮਿਸਾਲਾਂ ਨੇ। ਸੋ ਇਹ ਇੱਕ ਜਿਹੜਾ ਦਲੀਲ ਪੇਸ਼ ਕੀਤੀ ਗਈ ਹੋਈ ਹੈ ਕਿ ਜੀ ਜੇ ਅਰਬੀ ਸਮਝ ਆ ਜਾਏਗੀ ਤੇ ਸ਼ਾਇਦ ਅਸੀਂ ਬਿਹਤਰ ਹੋ ਜਾਵਾਂਗੇ, ਇਹ ਨਤੀਜਾ ਵੀ ਦਰੁਸਤ ਨਹੀਂ। ਆਪਣੇ ਅਦਾਦੋ ਸ਼ੁਮਾਰ ਦੇ ਲਿਹਾਜ਼ ਨਾਲ ਜਾਂ ਆਪਣੇ ਤਜਰਬੇ ਮੁਸ਼ਾਹਿਦੇ ਦੇ ਲਿਹਾਜ਼ ਨਾਲ ਇਹ ਨਤੀਜਾ ਕੱਢਣਾ ਵੀ ਦਰੁਸਤ ਨਹੀਂ ਕਿ ਇੱਕ ਤੇ ਅਰਬੀ ਆਪ ਔਰ ਦੂਜੇ ਜਿਹੜੇ ਜਿਨ੍ਹਾਂ ਨੇ ਇੱਥੇ ਅਰਬੀ ਪੜ੍ਹੀ ਹੁੰਦੀ ਹੈ ਮਦਾਰਸ ਦੇ ਤਲਬਾ, ਉਹ ਕਿ ਉਹਨਾਂ ਦੇ ਵਿੱਚ ਤੁਹਾਨੂੰ ਐਡੀ ਕੋਈ ਐਕਸਟਰਾਆਰਡਨਰੀ ਚੀਜ਼ ਨਜ਼ਰ ਆਉਂਦੀ ਹੋਵੇ ਕਿ ਜਿਹੜੀ ਕਿ ਆਮ ਜਿਹੜੇ ਸ਼ਹਿਰੀ ਨੇ ਸਾਡੇ ਜਿਹੇ ਉਹਨਾਂ ਤੋਂ ਵੱਧ ਉਹ ਅਖਲਾਕੀ ਤੌਰ 'ਤੇ ਬਿਹਤਰ ਹੋਣ, ਇਨਸਾਨੀ ਤੌਰ 'ਤੇ ਬਿਹਤਰ ਹੋਣ ਜਾਂ ਸਮਾਜੀ ਤੌਰ 'ਤੇ ਬਿਹਤਰ ਹੋਣ। ਅਤੇ ਐਸੀ ਕੋਈ ਵੀ ਚੀਜ਼ ਨਜ਼ਰ ਨਹੀਂ ਆਉਂਦੀ, ਬਲਕਿ ਸਾਨੂੰ ਘੱਟ ਹੀ ਨਜ਼ਰ ਆਉਂਦਾ ਹੈ ਕਿ ਆਮ ਜਿਹੜਾ ਸ਼ਹਿਰੀ ਹੈ ਉਹਦੇ ਤੋਂ ਉਹ ਥੱਲੇ ਹੀ ਨਜ਼ਰ ਆਉਂਦੇ ਨੇ ਜੀ। ਜੀ ਅੱਛਾ ਜੀ, ਵਾਲੇਕੁਮ ਸਲਾਮ ਵੀਰ, ਸ਼ੁਕਰੀਆ ਵੀਰ ਮੁਬਸ਼ਰ। ਅੱਛਾ, ਉਹ ਕਹਿੰਦੇ ਨੇ ਜੀ ਇਸ ਤਰ੍ਹਾਂ ਤੇ ਫਿਰ ਪੰਜਾਬੀ ਵੀ ਨਹੀਂ ਪੜ੍ਹਨੀ ਚਾਹੀਦੀ ਕਿਉਂਕਿ ਪੰਜਾਬੀ ਵੀ ਹਰ ਕਿਸਮ ਦੀਆਂ ਬੁਰਾਈਆਂ ਕਰਦੇ ਨੇ। ਵੀਰ ਪੰਜਾਬੀ ਤੁਸੀਂ ਪੜ੍ਹੀ ਕਿਦੋਂ? ਪਹਿਲੇ ਤਾਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਨਾ ਕਿ 1000 ਸਾਲ ਤੋਂ ਤੁਸੀਂ ਪੰਜਾਬੀ ਪੜ੍ਹੀ ਕਿਸ ਦੇ ਨੇ? ਤੁਹਾਨੂੰ ਕਦੀ ਆ ਇੱਥੋਂ ਦੇ 7 ਸੂਫੀਆਂ ਦਾ ਕਲਾਮ ਤੁਸੀਂ ਪੜ੍ਹਿਆ ਜਾਂ ਉਸ ਕਲਾਮ ਦੇ ਵਿੱਚੋਂ ਤੁਹਾਨੂੰ ਕੋਈ ਕਲਾਮ ਮਿਲਦੀ ਹੈ ਕਿ ਜਿਹਦੇ ਤੇ ਤੁਸੀਂ ਕਲਾਮ ਕਰ ਸਕੋ? ਉਹ ਤਾਂ ਤੁਸੀਂ ਪੜ੍ਹੀ ਹੀ ਨਹੀਂ ਵੀਰ ਜੀ। ਤੁਸੀਂ ਤਾਂ ਜਮਾਤ ਸਲਾਮੀ ਪੜ੍ਹੀ ਹੈ ਜਾਂ ਜਮਾਤ ਸਲਾਮੀ ਦੇ ਮਨਸ਼ੂਰ ਪੜ੍ਹੇ ਨੇ ਜਾਂ ਉਹਨਾਂ ਦੇ ਨਜ਼ਰੀਏ ਪੜ੍ਹੇ ਨੇ ਜਾਂ ਉਹਨਾਂ ਦੇ ਮੌਲਵੀਆਂ ਦੀਆਂ ਗੱਲਾਂ ਮੰਨੀਆਂ ਨੇ। ਤੁਸੀਂ ਕਿਸ ਦਿਨ ਪੰਜਾਬੀ ਪੜ੍ਹੀ? ਤੁਸੀਂ ਇੱਥੇ ਸੂਫੀਆਂ ਦੀ, ਪੰਜਾਬ ਦੇ ਸੂਫੀਆਂ ਦੀ ਜ਼ੁਬਾਨ ਕਿਸ ਦਿਨ ਪੜ੍ਹੀ ਹੈ? ਇਹ ਵੀਰ ਇਹੀ ਸਵਾਲ ਡਾਕਟਰ ਪਰਵੇਜ਼ ਹੂਦ ਭਾਈ ਹੋਰਾਂ ਚੁੱਕਿਆ ਸੀ ਕਿ ਅਰਬੀ ਪੜ੍ਹਾਉਣ ਦਾ ਮਕਸਦ ਅਰਬੀ ਤਾਂ ਅਹਿਲੇ ਜ਼ੁਬਾਨ ਨੇ ਨਾ, ਤੇ ਉਹਨਾਂ ਤਾਂ ਸਾਰਿਆਂ ਦੇ ਸਾਰਿਆਂ 100% ਅਰਬੀਆਂ ਨੇ ਕੁਰਾਨ ਪਾਕ ਨੂੰ ਉਹ ਪੜ੍ਹੇ ਹੋਏ ਨੇ ਔਰ ਸਮਝੇ ਵੀ ਹੋਏ ਨੇ ਕਿਉਂਕਿ ਉਹਨਾਂ ਦੀ ਤਾਂ ਜ਼ੁਬਾਨ 'ਚ ਹੈ ਨਾ ਕੁਰਾਨ ਪਾਕ। ਤੇ ਅਗਰ ਇਸ ਤੁਹਾਡੇ ਵਾਲੇ ਫਾਰਮੂਲੇ ਦੇ ਤਹਿਤ ਤੇ ਉਹਨਾਂ ਨੂੰ ਬਹੁਤ ਮਿਸਾਲੀ ਹੋਣਾ ਚਾਹੀਦਾ ਸੀ, ਜਦ ਕਿ ਸਾਨੂੰ ਸਾਰਿਆਂ ਨੂੰ ਹੀ ਹਕੀਕਤ ਪਤਾ ਹੈ ਕਿ ਕਿੰਜ ਦੇ ਅੱਜ ਦੇ ਅਰਬਾਂ ਦੇ ਕਿਰਦਾਰ ਕਿੰਜ ਦੇ ਨੇ ਔਰ ਉਹ ਕੀ ਕੁਛ ਨਹੀਂ ਜਿਹੜਾ ਉਹ ਨਹੀਂ ਕਰਦੇ। ਤੇ ਇਹ ਤਾਂ ਜਵਾਜ਼ ਤੁਸਤਾਨ ਦਿਓ ਜੇ ਅਹਿਲੇ ਜ਼ਬਾਨ ਜਿਹੜੇ ਨੇ ਉਹ ਤੁਹਾਨੂੰ ਕੋਈ ਬਹੁਤ ਮਿਸਾਲੀ ਦੁਨੀਆ ਦੀਆਂ ਚੋਟੀਆਂ ਦੇ ਕੌਮਾਂ 'ਚ ਦੇ ਉੱਤੇ ਤਹਿਜ਼ੀਬ ਯਾਫਤਾ ਕੌਮਾਂ ਦੇ ਵਿੱਚ ਉਹ ਚੋਟੀ ਤੇ ਹੋਣ, ਐਸਾ ਤੇ ਨਹੀਂ ਹੈ। ਤੇ ਇਹਦਾ ਜਵਾਬ ਪਹਿਲੇ ਤਾਂ ਸਾਰਿਆਂ ਤੋਂ ਪਹਿਲੇ ਅਹਿਲੇ ਜ਼ਬਾਨਾਂ ਦੇ ਉੱਤੇ ਆਉਂਦਾ ਜੀ। ਬਹਰਹਾਲ ਇਹ ਜਿਹੜੇ ਅਰਬੀ ਨਾਲੇ ਇੰਜ ਦੀਆਂ ਚੀਜ਼ਾਂ ਨੇ, ਇਹ ਬੁਨਿਆਦੀ ਤੌਰ 'ਤੇ ਅਸਲ 'ਚ ਗੱਲ ਇਹ ਵੇ ਕਿ ਅਰਬੀ ਦਾ ਤੁਹਾਨੂੰ ਪਤਾ ਹੈ ਇੱਥੇ ਸਾਡੇ ਚੇਤੇ ਹੀ ਬੜੇ ਮਾੜੇ ਨੇ ਪਾਕਿਸਤਾਨੀ ਕੌਮ ਦੇ ਮਾਸ਼ਾਅੱਲਾ, ਖਾਸ ਤੌਰ 'ਤੇ ਪਾਕਿਸਤਾਨੀ ਮੁਸਲਮਾਨ। ਅਸੀਂ ਬੜੀ ਛੇਤੀ ਭੁੱਲ ਜਾਂਦੇ ਹਾਂ ਚੀਜ਼ਾਂ ਨੂੰ। ਇੱਥੇ ਜ਼ਿਆਦਾ ਦੌਰ 'ਚ ਅਸੀਂ ਉਦੋਂ ਸਕੂਲੇ ਸਾਂ, ਉਦੋਂ ਅਰਬੀ ਲਾਜ਼ਮੀ ਕੀਤੀ ਗਈ ਸੀ, ਪਹਿਲੀ ਵਾਰੀ ਨਹੀਂ ਕੀਤੀ ਗਈ। ਉਦੋਂ ਵੀ ਨਾਕਾਮ ਹੋਈ ਤੇ ਹੁਣ ਵੀ ਨਾਕਾਮ ਹੀ ਹੋਣੀ ਹੈ। ਦੇਖੋ ਇਸਲਾਮ ਦੀ ਤੁਸੀਂ ਗੱਲ ਕਰਦੇ ਹੋ, ਇਸਲਾਮ ਤਾਂ ਦੀਨ ਫਿਤਰਤ ਹੈ, ਉਹ ਫਿਤਰਤ ਦੇ ਕਰੀਬ ਤਰੇ। ਔਰ ਇਸਲਾਮ ਕਲਾਮ ਅੱਲਾ ਦੇ ਵਿੱਚ ਅੱਲਾ ਪਾਕ ਨੇ ਬੋਲੀਆਂ ਦਾ ਜ਼ਿਕਰ ਕੀਤਾ ਹੈ, ਬੋਲੀਆਂ ਦੇ ਖਿਲਾਰ ਦਾ ਜ਼ਿਕਰ ਕੀਤਾ ਹੈ। ਇਹ ਜ਼ਿਕਰ ਕੀਤਾ ਹੈ ਕਿ ਅੱਲਾ ਪਾਕ ਨੇ ਆਪਣੇ ਨਬੀਆਂ ਨੂੰ ਉਹਨਾਂ ਦੀਆਂ ਉਮਤਾਂ ਦੀਆਂ ਬੋਲੀਆਂ ਦੇ ਵਿੱਚ ਕਲਾਮ ਦੇ ਕੇ ਭੇਜਿਆ। ਤੇ ਉਹ ਜਦੋਂ ਅੱਲਾ ਪਾਕ ਇਸ ਚੀਜ਼ ਦੀ ਤਾਇਦ ਕਰ ਰਹੇ ਨੇ ਕਲਾਮ ਅੱਲਾ 'ਚ, ਤੇ ਅਸੀਂ ਤੁਸੀਂ ਕੌਣ ਹੁੰਨੇ ਫੈਸਲੇ ਕਰਨ ਵਾਲੇ? ਅਰਬੀ ਦੇ ਵਿੱਚ ਤਾਂ ਦੇਖੋ ਇੱਕ ਕੁਰਾਨ ਪਾਕ ਅਰਬੀ 'ਚ, ਹੋਰ ਲੱਖਾਂ ਕਿਤਾਬਾਂ ਅਰਬੀ 'ਚ, ਠੀਕ ਹੈ। ਤੇ ਜ਼ੁਬਾਨ ਪੜ੍ਹਨ ਦਾ ਮਕਸਦ ਅਗਰ ਤੇ ਕਲਾਮ ਅੱਲਾ ਨੂੰ ਸਮਝਣ ਦੀ ਹੱਦ ਤੱਕ ਹੈ ਤੇ ਉਹ ਤੇ ਠੀਕ ਹੈ, ਲੇਕਿਨ ਉਹਦੇ ਵਾਸਤੇ ਤਾਂ ਫਿਰ ਤੁਸੀਂ ਤਰਜਮਾ ਜਿਹੜਾ ਹੈ ਉਹ ਆਲਰੇਡੀ ਮੌਜੂਦ ਹੈ, ਹੁਣ ਉਰਦੂ 'ਚ ਵੀ ਮੌਜੂਦ ਹੈ, ਪੰਜਾਬੀ 'ਚ ਵੀ ਮੌਜੂਦ ਹੈ।
ਪੰਜਾਬੀ ਦਾ ਤਰਜਮਾ ਰਣਜੀਤ ਸਿੰਘ ਦੇ ਦੌਰ 'ਚ ਪਹਿਲੀ ਵਾਰੀ ਹੋ ਗਿਆ ਸੀ, ਉਸੇ ਦੌਰ 'ਚ ਇੱਕ ਹੋਰ ਤਰਜਮਾ ਸ਼ਾਹ ਮੁਕੀਰ 'ਚ ਵੀ ਹੋ ਗਿਆ ਸੀ, ਤੇ ਉਹ ਤਾਂ ਮੌਜੂਦ ਹੈ। ਹੁਣ ਤੁਸੀਂ ਪੂਰੀ ਅਰਬੀ ਸਿੱਖਣੀ ਚਾਹੁੰਦੇ ਹੋ ਜਿਹੜੀ ਕਿ ਇਸਲਾਮ ਤੋਂ ਪਹਿਲੇ ਵਾਲੀ ਵੀ ਸੀ, ਤੇ ਉਹ ਤਾਂ ਫਿਰ ਜ਼ੁਬਾਨ ਹੈ ਨਾ, ਜ਼ੁਬਾਨਾਂ ਦਾ ਤਾਲਕ ਤਾਂ ਫਿਰ ਧਰਮ ਨਾਲ ਨਹੀਂ ਹੁੰਦਾ, ਜ਼ੁਬਾਨਾਂ ਦਾ ਤਾਲਕ ਧਰਮ ਨਾਲ ਨਹੀਂ ਹੁੰਦਾ। ਜ਼ੁਬਾਨਾਂ ਦੇ ਵਿੱਚ ਤਾਂ ਕਈ ਤਰ੍ਹਾਂ ਦੇ ਮਜ਼ਾਹਿਬ ਆਉਂਦੇ ਨੇ, ਕਿਉਂਕਿ ਜ਼ੁਬਾਨਾਂ ਤਾਂ ਹਜ਼ਾਰਾਂ ਸਾਲ ਪੁਰਾਣੀਆਂ ਨੇ। ਜੀ ਵੀਰ, ਜ਼ਰੂਰ ਕਰਿਆ ਜੇ। ਬਿਸਮਿਲ੍ਲਾ। ਸੈਫੁਲ ਮਲੂਕ ਤਾਂ ਇੱਕ ਸ਼ਾਹਕਾਰ ਕਿਤਾਬ ਹੈ, ਤੇ ਬਾਬੇ ਬਾਹੂ ਦਾ ਕਲਾਮ ਵੀ। ਤੇ ਪੰਜਾਬ ਦੇ 7 ਸੂਫੀ ਤਾਂ ਸਾਡੇ ਮੱਥੇ ਦਾ ਤਾਜ ਨੇ, ਸਾਡੇ ਸਿਰ ਦਾ ਤਾਜ ਨੇ, ਸਾਡੇ ਗਲ ਦਾ ਹਾਰ ਨੇ। ਇਹਨਾਂ ਤੋਂ ਸਾਨੂੰ ਬਹੁਤ ਇਨਸਾਨੀਅਤ ਦਾ ਦਰਸ ਮਿਲਦਾ। ਅਸਲ 'ਚ ਮੈਂ ਜਿਵੇਂ ਪੰਜਾਬ ਦੇ 7 ਸੂਫੀਆਂ ਨੂੰ ਦੇਖਣਾ ਜੀ, ਉਹ ਇੰਝ ਦੇਖਣਾ ਕਿ ਇਹਨਾਂ ਦੀ ਜਿਹੜੀ ਇੱਕ ਰੂਹਾਨੀ ਹੈਸੀਅਤ ਹੈ, ਉਹ ਤਾਂ ਆਪਣੀ ਥਾਂ, ਉਹ ਤਾਂ ਇੱਕ ਅਲੱਗ ਪਹਿਲੂ ਹੈ। ਲੇਕਿਨ ਜਿਹੜਾ ਉਹਨਾਂ ਦਾ ਬਤੌਰ ਸੋਸ਼ੋਲੋਜਿਸਟ, ਇੱਕ ਸੋਸ਼ਲ ਸਾਇੰਟਿਸਟ ਦੇ ਤੌਰ 'ਤੇ ਕੰਮ ਹੈ, ਉਹਨੂੰ ਮਤਲਬ ਸਾਇੰਸੀ ਤਰੀਕੇ ਨਾਲ ਵੀ ਉਹਨਾਂ ਦੇ ਕਲਾਮ ਨੂੰ ਸਮਝਣ ਦੀ ਜ਼ਰੂਰਤ ਹੈ। ਇਮਰਾਨੀਆਤ ਦੇ ਲਿਹਾਜ਼ ਨਾਲ, ਜਿਹਨੂੰ ਸੋਸ਼ੋਲੋਜੀ ਕਹਿੰਦੇ ਨੇ ਨਾ, ਕਿ ਉਹਨਾਂ ਜਿਵੇਂ ਰਿਸ਼ਤਿਆਂ ਦੇ ਉੱਤੇ ਗੱਲ ਕੀਤੀ, ਇਨਸਾਨੀ ਰਵੱਈਆਂ ਦੇ ਉੱਤੇ ਗੱਲ ਕੀਤੀ, ਉਹਨੂੰ ਇੱਕ ਇਲਮ ਦੇ ਤੌਰ 'ਤੇ ਵੀ ਸਮਝਣ ਦੀ ਜ਼ਰੂਰਤ ਹੈ। ਉਹਨਾਂ ਦੇ ਜਿਹੜਾ ਰੂਹਾਨੀ ਮਰਤਬਾ ਹੈ, ਉਹਦੇ ਤੋਂ ਹਟ ਕੇ ਉਹਨਾਂ ਦੇ ਇਲਮ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੈ, ਉਹਨੂੰ ਵੀ ਸਮਝਣ ਦੀ ਲੋੜ ਹੈ, ਤਾਂ ਜਾ ਕੇ ਸਾਨੂੰ ਚੀਜ਼ਾਂ ਬਿਹਤਰ ਸਮਝ ਆਉਂਦੀਆਂ ਨੇ। ਸਾਡੇ ਤਾਂ ਇਹੀ ਹੈ ਨਾ ਕਿ ਔਲੀਆ ਅੱਲਾ ਕੋਲੋਂ ਜਾ ਕੇ ਮੰਨਤ ਮੁਰਾਦ ਮੰਨ ਲਈ, ਲੇਕਿਨ ਉਹਨਾਂ ਦੀ ਫਿਕਰ ਜਿਹੜੀ ਹੈ ਉਹਨੂੰ ਸਮਝਣ ਦੀ ਅਸੀਂ ਕੋਸ਼ਿਸ਼ ਨਹੀਂ ਕਰਦੇ। ਫਿਕਰ ਬੁਨਿਆਦੀ ਤੌਰ 'ਤੇ ਉਹਨਾਂ ਦਾ ਉਹ ਇਲਮ ਹੈ ਜਿਹੜਾ ਉਹ ਵੰਡ ਕੇ ਗਏ ਨੇ ਦੁਨੀਆ 'ਚ, ਤੇ ਉਹਨੂੰ ਵੀ ਸਮਝਣ ਦੀ ਲੋੜ ਹੈ। ਤੇ ਇਹ ਜੀ ਬਹਰਹਾਲ ਇਹ ਗੱਲਾਂ ਸਨ ਤੇ ਜਿਹੜੀਆਂ ਕਿ ਸਾਨੂੰ ਗੌਰ ਕਰਨੀਆਂ ਚਾਹੀਦੀਆਂ ਨੇ ਪੰਜਾਬੀਆਂ ਨੂੰ। ਅਸੀਂ ਕਿੰਨੀ ਦੇਰ ਤੱਕ ਮਤਲਬ ਖਵਾਤੀਨ ਨੂੰ ਜਾਂ ਖਾਤੂਨ ਨੂੰ ਰਲਾ ਕੇ ਖਵਾਤੂਨ ਬੋਲਦੇ ਰਹਾਂਗੇ ਤੇ ਆਪਣਾ ਮਜ਼ਾਕ ਬਣਵਾਉਂਦੇ ਰਹਾਂਗੇ। ਇਹ ਪੰਜਾਬੀਆਂ ਦੇ ਦਾਦਿਆਂ ਬਾਬਿਆਂ ਤੋਂ ਲੈ ਕੇ ਅੱਜ ਦੀ ਨਸਲ ਤੱਕ ਹਰ ਕਿਸੇ ਦੇ ਸਮਝਣ ਵਾਲੀ ਗੱਲ ਹੈ ਕਿ ਅਸੀਂ ਆਪਣੀ ਕੌਮ ਦਾ ਮਜ਼ਾਕ ਬਣਵਾਉਣਾ ਛੱਡ ਦਈਏ, ਅਸੀਂ ਆਪਣਾ ਆਪ ਪਛਾਣੀਏ। ਬੁੱਲੇ ਸ਼ਾਹ ਕਹਿੰਦਾ ਮਰ ਗਿਆ ਕਿ ਕਦੀ ਆਪਣਾ ਆਪ ਪਛਾਣਿਆ ਹੀ ਨਹੀਂ, ਤੇ ਅਸੀਂ ਉਧਰ ਨਹੀਂ ਆਏ, ਅਸੀਂ ਆਪਣਾ ਆਪ ਨਹੀਂ ਪਛਾਣਨ ਦੀ ਕੋਸ਼ਿਸ਼ ਕੀਤੀ। ਸਾਨੂੰ ਆਪਣਾ ਆਪ ਪਛਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਕੌਣ ਹਾਂ, ਸਾਡੀ ਸ਼ਨਾਖਤ ਕੀ ਹੈ। ਅੱਜ ਦਾ ਪੰਜਾਬੀ, ਪਾਕਿਸਤਾਨੀ ਪੰਜਾਬੀ, ਮੁਸਲਮਾਨ ਪੰਜਾਬੀ, ਇਹ ਸਿਰਫ ਨਾਂ ਦਾ ਪੰਜਾਬੀ ਹੈ, ਇਹਦੀ ਬਾਕਾਇਦਾ ਸ਼ਨਾਖਤ ਕੋਈ ਨਹੀਂ। ਇਹਦੀ ਹੈਸੀਅਤ ਇਸ ਪੰਜਾਬ 'ਚ, ਪੰਜਾਬ ਧਰਤੀ 'ਤੇ ਇੱਕ ਰਿਫਿਊਜੀ ਵਾਲੀ ਹੈ, ਜਿਹਦੀ ਆਪਣੀ ਕੋਈ ਸ਼ਨਾਖਤ ਨਹੀਂ। ਤੇ ਸਾਨੂੰ ਇਸ ਬਾਰੇ ਗੌਰ ਕਰਨਾ ਚਾਹੀਦਾ ਸਾਰਿਆਂ ਨੂੰ, ਸਾਨੂੰ ਸਭ ਨੂੰ ਇਸ ਬਾਰੇ ਸੰਜੀਦਗੀ ਨਾਲ ਗੌਰ ਕਰਨਾ ਚਾਹੀਦਾ ਹੈ ਕਿ ਸਾਡੀ ਸ਼ਨਾਖਤ ਕੀ ਹੈ। ਦੁਨੀਆ 'ਚ ਹਰ ਕੌਮ ਦੀ ਸ਼ਨਾਖਤ ਹੈ, ਸਾਡੀ ਸ਼ਨਾਖਤ ਕੀ ਹੈ। ਇਹੀ ਗੱਲ ਮੈਂ ਤੁਹਾਡੇ ਕੋਲ ਛੱਡ ਕੇ ਜਾ ਰਿਹਾ ਜੀ। ਰੱਬ ਰਾਖਾ, ਆਪਣਾ ਖਿਆਲ ਰੱਖਿਆ ਜੀ।